ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 19ਵਾਂ ਮਹੱਲਾ ਦੂਜਾ। ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਈ। ਹਉਮੈ ਏਈ ਬੰਧਨਾ ਫਿਰ ਜੋਨੀ ਪਾਈ। ਹਉਮੈ ਕਿੱਥੋਂ ਉਪਜੈ ਕਿਤ ਸੰਜਮ ਏ ਜਾਏ। ਹਉਮੈ ਇਹੋ ਹੁਕਮ ਹੈ ਪਈਏ ਕਿਰਤ ਫਿਰਾਏ। ਹਉਮੈ ਦੀਰਘ ਰੋਗ ਹੈ ਦਾਰੂ ਪੀਸ ਮਾਹੇ। ਕਿਰਪਾ ਕਰੇ ਜੈ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹੈ ਸੁਣ ਜਨੋ ਇਤ ਸੰਜਮ ਦੁਖ ਜਾਏ। ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਏ। ਸਤਿਗੁਰਾਂ ਨੇ ਪਿੱਛੇ ਵੀ ਆਪਾਂ ਨੂੰ ਸਮਝਾਇਆ, ਹਉਮ ਵਿੱਚ ਆਇਆ ਹਉਮ ਵਿੱਚ ਗਿਆ। ਵੀ ਜਿੰਨੇ ਧਰਮ ਕਰਮ ਅਸੀਂ ਕੀਤੇ ਸਰੀਰ ਕਰਕੇ, ਸਰੀਰ ਦੀਆਂ ਲੋੜਾਂ ਕਰਕੇ, ਹਟ ਜੋਗ ਤਪ ਜੋ ਕਰ ਛੱਡ ਕੇ ਚਲੇ ਜਾਣਾ ਪਿੱਛੇ ਤੋਂ ਪ੍ਰਚਲਿਤ ਮੱਤਾਂ ਅਸੀਂ ਕਰਦੇ ਹੀ ਆਉਂਦੇ ਹਾਂ। ਸਾਰੇ ਕਰਦੇ ਔਰ ਕਰਦੇ ਹੀ ਰਹਿਣਗੇ। ਇਹੀ ਤਾਂ ਹੁਕਮ ਹੈ ਭਾਈ। ਪਰ ਹੁਕਮ ਸਮਝਣ ਤੋਂ ਬਾਅਦ, ਸੱਚ ਦੇ ਗਿਆਨ ਤੋਂ ਬਾਅਦ ਫਿਰ ਇਹ ਸਾਡਾ ਜਿਹੜਾ ਹੈਗਾ ਵਾ ਕਾਲਪਨਿਕ ਜੀਵਨ, ਸੰਸਾਰੀ ਮੱਤਾਂ ਦਾ ਤਿਆਗ ਫਿਰ ਹੁੰਦਾ ਵਾ। ਹੁਣ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਹਿੰਦੇ ਹਾਂ, ਜਾਂਦੇ ਹਾਂ ਗੁਰੂ ਘਰਾਂ 'ਚ, ਧਾਰਮਿਕ ਸਮਾਗਮਾਂ 'ਤੇ, ਕਿਤੇ ਵੀ ਗੁਰੂ ਘਰਾਂ ਦੇ ਵਿੱਚ ਜਿੱਥੇ ਗੁਰ ਸ਼ਬਦ ਦੀ ਵਿਚਾਰ ਗੁਰੂ ਕੇ ਪਿਆਰੇ ਕਰ ਰਹੇ ਨੇ, ਉਹਨਾਂ ਕੰਨੀ ਧਿਆਨ ਰੱਖਣਾ ਸ਼ਬਦ ਕੰਨੀ, ਗੁਰ ਕੇ ਸ਼ਬਦ ਕੰਨੀ। ਉੱਥੇ ਵੀ ਅਸੀਂ ਧੋਖਾ ਖਾ ਜਾਂਦੇ ਹਾਂ। ਅਸੀਂ ਉਪਦੇਸ਼ ਕਰਨ ਵਾਲੇ ਨਾਲ ਜੁੜ ਜਾਂਦੇ ਹਾਂ। ਜੇ ਅਸੀਂ ਗੁਰ ਸ਼ਬਦ ਕੰਨੀ ਧਿਆਨ ਰੱਖਾਂਗੇ, ਸਤਿਗੁਰਾਂ ਦੀ ਕਿਰਪਾ ਰਹਿਮਤ ਫਿਰ ਹੋਊਗੀ। ਉਹ 'ਚੋਂ ਗਿਆਨ ਪੈਦਾ ਹੋਊ ਜਿਹਦੇ ਨਾਲ ਸਾਨੂੰ ਸਮਝ ਆਊ ਸਾਡਾ ਗੁਰੂ ਘਰ ਆਉਣਾ, ਧਾਰਮਿਕ ਸਮਾਗਮਾਂ 'ਤੇ ਜਾਣਾ, ਤੀਰਥਾਂ 'ਤੇ ਜਾਣਾ ਕੀ ਕਾਰਨ ਹੈ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਏ। ਆਤਮਾ ਜਦੋਂ ਪ੍ਰਾਤਮਾ ਨੂੰ ਅਲੱਗ ਹੁੰਦੀ ਹੈ ਆਪਦੇ ਮੂਲ ਨਾਲੋਂ, ਇਹ ਜਾਤ, ਇਹ ਸਰੀਰ ਮਿਲਦਾ ਇਹਨੂੰ। ਇਹਦੇ ਇੰਨੇ ਰੂਪ ਨੇ ਆਪਾਂ ਗਿਣ ਹੀ ਨਹੀਂ ਸਕਦੇ। ਆਤਮਾ ਦਾ ਇੱਕ ਹੀ ਰੂਪ ਹੈ। ਆਤਮਾ ਅਮਰ ਹੈ, ਮਰਦੀ ਨਹੀਂ। ਆਪਾਂ ਸਾਰੇ ਕਹਿੰਦੇ ਵੀ ਹਾਂ, ਫਿਰ ਮਰਦਾ ਕੀ? ਇਹਦੇ ਵਿੱਚੋਂ ਕੁਛ ਵੀ ਨਹੀਂ ਭਾਈ। ਸਰੀਰ ਬਦਲਦਾ ਹੈ, ਗਰਮੀ ਆਵੇ ਕੱਪੜਾ, ਨਦਰੀ ਮੋਖ ਦਵਾਰ, ਕੱਪੜਾ ਵੀ ਉਹਦੀ ਕਿਰਪਾ ਨਾਲ ਮਿਲਦਾ ਸਰੀਰ ਦਾ ਭਾਈ। ਜੈ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ। ਇਹ ਭਗਤੀ ਕਰਾਂਗੇ ਫਿਰ ਆਪਾਂ ਨੂੰ ਸਾਰੀ ਇਹ ਖੇਲ ਸਮਝ ਆਊਗੀ। ਸਤਿਗੁਰ ਨੇ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ? ਹਉਮੈ ਇਹਾ ਜਾਤ ਹੈ, ਇਹ ਆਤਮਾ ਦੇ ਗਲ 'ਚ ਪਈ ਹੈ। ਕੀ ਪਈ ਹੈ? ਇਹ ਦੇਹੀ ਮਾਇਆ ਦੀ। ਇਹ ਫਿਰ ਕਿਵੇਂ ਇਹਦੋਂ ਖਹਿੜਾ ਛੁੱਟੂਗਾ ਇਹਦਾ? ਇਹ ਤਾਂ ਅਨੇਕਾਂ ਜੂਨਾਂ 'ਚ ਘੁੰਮ ਕੇ ਆਈ ਹੈ। ਹਰ ਇੱਕ ਸਰੀਰ ਦਾ ਰੂਪ, ਜਾਤ ਤੋਂ ਭਾਵ ਸਰੀਰ। ਆਤਮਾ ਦਾ ਹੁਣ ਕੀ ਰੂਪ ਆ? ਇਹ ਸਰੀਰ ਨੂੰ ਹੀ ਆਪਣਾ ਮੰਨਦੀ ਹੈ। ਇਹ ਕਾਲਪਨਿਕ ਹੈ। ਜਿਵੇਂ ਆਪਾਂ ਪਲੇਟਫਾਰਮ 'ਤੇ ਬਹਿੰਦੇ ਹਾਂ, ਜਾ ਕੇ ਟ੍ਰੇਨ ਆਉਂਦੀ ਹੈ, ਆਪਾਂ ਬਹਿ ਜਾਂਦੇ ਹਾਂ। ਇੱਕ ਸਰੀਰ ਪਲੇਟਫਾਰਮ ਹੈ, ਉਹਦੀ ਕਿਰਪਾ ਨਾਲ ਆਪਾਂ ਨੂੰ ਮਿਲਿਆ ਮਨੁੱਖਾਂ ਦੇ ਹੀ ਨਾਮ ਦੀ ਪ੍ਰਾਪਤੀ ਖਾਤਰ। ਪਿੱਛੇ ਵੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਵੀ ਜੇ ਅਸੀਂ ਆਪਦੀ ਮੱਤ ਨਾਲ ਮਰਿਆਦਾ ਦੇ ਅਨੁਸਾਰ ਜਿਵੇਂ ਧਰਮ ਚੱਲਦੇ ਸੀ, ਉਹਦੇ ਵਿੱਚੋਂ ਕੀ ਪੈਦਾ ਹੋਣਾ ਸੀਗਾ? ਹਉਮੈ ਪੈਦਾ ਹੋਣੀ ਸੀ, ਹਉ ਪੈਦਾ ਹੋਣੀ ਸੀ। ਫਿਰ ਸਾਡਾ ਜੰਮਣ ਮਰਨ ਤਾਂ ਮੁੱਕਣਾ ਹੀ ਨਹੀਂ ਹੈਗਾ। ਸਤਿਗੁਰਾਂ ਨੇ ਸਾਰੇ ਧਰਮਾਂ ਨੂੰ ਅੱਗੇ ਪ੍ਰੇਰਿਆ, ਆਪਾਂ ਵੀ ਅੱਗੇ ਚੱਲਣਾ। ਆਪਾਂ ਵੀ ਉਹੀ ਗੁਰੂ ਕੇ ਸਿੱਖ ਹੈ ਭਾਈ। ਪਰ ਆਪਾਂ ਤਾਂ ਐਡੇ ਗੁਰੂ ਨੂੰ ਉਪਦੇਸ਼ ਕਰਦੇ ਹਾਂ ਜਿਹਨੇ ਸ੍ਰਿਸ਼ਟੀ ਨੂੰ ਗਿਆਨ ਦਿੱਤਾ, ਸਾਰੀ ਸ੍ਰਿਸ਼ਟੀ ਦਾ ਭਲਾ ਕੀਤਾ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਇਸ ਕਰਕੇ ਆਪਾਂ ਕਰਾਹੇ ਪੈ ਜਾਂਦੇ ਹਾਂ। ਗੁਰੂ ਘਰਾਂ 'ਚ ਜਾ ਕੇ ਵੀ ਬਾਣੀ ਦੀ ਵਿਚਾਰ ਸੁਣਨੀ ਹੈ, ਜੋ ਹੁਕਮਨਾਮਾ ਆਉਂਦਾ ਉਹਨੂੰ ਵਿਚਾਰਨਾ। ਸਤਿਗੁਰਾਂ ਨੇ ਸਾਨੂੰ ਕੀ ਹੁਕਮ ਕੀਤਾ,
ਫਿਰ ਸਾਨੂੰ ਸਮਝ ਆਉਣੀ ਹੈ ਸਾਰੀ ਖੇਲ ਦੀ। ਇਹ ਜਿਹੜੀ ਜਾਤ ਸਰੀਰ ਹੈ, ਇਹ ਕਿਹਨੂੰ ਮਿਲ ਗਿਆ? ਆਤਮਾ ਨੂੰ। ਇਹ ਹੁਣ ਜੂਨੀਆਂ 'ਚ ਘੁੰਮਦੀ ਹੈ, ਹੁਣ ਇਹਦਾ ਛੁਟਕਾਰਾ ਹੋਣਾ ਵਾ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਜੰਮਣ ਮਰਨ ਦਾ ਛੁਟਕਾਰਾ ਹੋਣਾ ਆਪਣਾ। ਹੁਣ ਆਪਾਂ ਕਿੱਥੇ ਆ ਗਏ? ਦੁੱਖ ਸਾਗਰ 'ਚ। ਪਰ ਆਪਾਂ ਇੱਥੇ ਸਾਰੇ ਸੁੱਖ ਭਾਲੀ ਜਾਂਦੇ। ਇਹ ਤਾਂ ਅੰਮ੍ਰਿਤ ਲੋਕ ਆ, ਆਪਾਂ ਨੂੰ ਭਾਈ ਛੱਡਣਾ ਪੈਣਾ। ਇੱਥੇ ਤਾਂ ਆਪਾਂ ਨਾਮ ਦੀ ਪ੍ਰਾਪਤੀ ਕਰਕੇ ਆਪਣੇ ਘਰ ਪਹੁੰਚਣਾ ਵਾ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਅਸੀਂ ਆਪਦੀ ਮੱਤ ਨਾਲ ਕੀ ਮੰਗਦੇ ਹਾਂ? ਦੁੱਖ ਮੰਗਦੇ ਹਾਂ। ਸਤਿਗੁਰ ਤਾਂ ਹੈ ਸਮਝਾਉਂਦੇ ਆ ਭਾਈ। ਪਰ ਜੋ ਸੱਚ ਦਾ ਗਿਆਨ ਹੋ ਜਾਂਦਾ ਫਿਰ ਨਹੀਂ ਅਸੀਂ ਮੰਗਦੇ। ਫਿਰ ਸਾਨੂੰ ਸਮਝ ਆ ਜਾਂਦੀ ਹੈ ਵੀ ਜਿਹੜੇ ਦੁੱਖਾਂ ਦਾ ਕਾਰਨ ਹੈ ਸਾਡੀ ਮੱਤ ਦੀ ਉਪਜ ਹੈ ਇਹ। ਜਿਵੇਂ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਸਿਮਰੋ ਸਿਮਰ ਸਿਮਰ ਸੁਖ ਪਾਓ, ਕੱਲ ਕਲੇਸ਼ ਤਨ ਮਾਹੇ ਮਟਾਓ। ਸਾਡੇ ਕਲੇਸ਼ ਤਾਂ ਸਾਡੇ ਅੰਦਰ ਨੇ ਭਾਈ। ਅਸੀਂ ਬਾਹਰ ਇਲਾਜ ਕਰਾਉਂਦੇ ਫਿਰਦੇ ਹਾਂ, ਬਾਹਰੋਂ ਤਾਂ ਸਮਝਣਾ ਵਾ, ਫਿਰ ਡਾਕਟਰ ਕੋਲ ਜਾਣਾ ਹੈ। ਸੰਸਾਰੀ ਭਾਵ ਵੀ ਆਪਾਂ ਲੈ ਲਈਏ, ਡਾਕਟਰ ਬਾਰੇ ਵੀ ਤਾਂ ਪੁੱਛਦੇ ਹੀ ਆਪਾਂ ਜਦੋਂ ਬਿਮਾਰੀਆਂ ਹੁੰਦੀਆਂ ਨੇ। ਇੱਥੇ ਵੈਦ ਕੌਣ ਆ? ਇੱਥੇ ਗੁਰ। ਮੇਰਾ ਵੈਦ ਗੁਰ ਗੋਬਿੰਦਾ, ਹਰ ਹਰ ਨਾਮ ਮੁਕਤੇ ਦੇਵੇ, ਕਾਠੇ ਜਮ ਕੀ ਹੁੰਦਾ। ਇਹੀ ਤਾਂ ਆਪਾਂ ਬੇਨਤੀ ਕਰਨੀ ਸੀ ਭਾਈ। ਹਸਤ ਅਲੰਬਨ ਦੇਹੁ ਪ੍ਰਭੂ, ਗਰਤੇ ਉਦਰ ਗੋਪਾਲ। ਮੋਹਿ ਨਿਰਗਮ ਤੋਰੀਆਂ, ਤੂੰ ਸਦ ਹੀ ਦੀਨ ਦਿਆਲ। ਪਰ ਆਪਾਂ ਤਾਂ ਬੁੱਧੀਮਾਨ ਬਣੇ ਬੈਠੇ ਹਾਂ, ਆਪ ਹੀ ਗੁਰੂ ਬਣ ਗਏ, ਆਪ ਹੀ ਸਾਰੀਆਂ ਡਿਗਰੀਆਂ ਪ੍ਰਾਪਤ ਕਰ ਲਈਆਂ। ਆਪਾਂ ਸਰੀਰ ਕਰਕੇ ਪੂਰਨ ਹੋ ਗਏ, ਪਰ ਆਤਮਾ ਤੋਂ ਕੋਰੇ ਰਹਿ ਗਏ। ਇਹ ਕਿਵੇਂ ਲਊ ਫਿਰ ਗੋਪੀ ਦੇ ਗਲੋਂ ਇਹ ਕਾਨਾ? ਕਿਵੇਂ ਛੁਟਕਾਰਾ ਹੋਊਗਾ? ਘੜੀਆਂ ਸਭੇ ਗੋਪੀਆਂ, ਪਹਿਰ ਕਰਨ ਗੋਪਾਲ। ਗਹਿਣੇ ਪਾਉਣ ਪਾਣੀ ਬਸੰਤਰ। ਕੀ ਪਾ ਲਿਆ ਗੋਪੀ ਨੇ ਗਹਿਣੇ? ਆ ਸਰੀਰ ਪਾ ਲਿਆ। ਕਿਵੇਂ ਜਾਊਗੀ ਆਪਦੇ ਘਰ ਨੂੰ? ਅੱਗੇ ਸਤਿਗੁਰੂ ਸਮਝਾਉਣਗੇ ਇਹਦੇ ਵਿੱਚ ਹੀ ਆਪਾਂ ਨੂੰ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ। ਇਹਦੇ ਵਿੱਚ ਆਪਾਂ ਕਰਮ ਕਮਾਉਂਦੇ ਹਾਂ। ਕਰਮ ਦਾ ਨਾਸ ਕਿਵੇਂ ਹੋਊਗਾ ਆਪਣਾ? ਬਾਣੀ ਤਾਂ ਕਹਿੰਦੀ ਹੈ ਸਾਰਾ ਕੁਛ ਹੁਕਮ 'ਚ ਹੋ ਰਿਹਾ, ਪਰ ਅਸੀਂ ਮੰਨਦੇ ਨਹੀਂ ਹੈਗੇ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ ਹਾਂ, ਫਲ ਕਾਰਨ ਫੁੱਲੀ ਬਨਰਾਏ, ਫਲ ਲਾਗਾ ਤਾਂ ਫੂਲ ਬਿਲਾਏ। ਬਨਸਪਤੀ ਪੈਦਾ ਹੁੰਦੀ ਹੈ, ਫੁੱਲ ਲੱਗਦੇ ਨੇ ਫਲ ਖਾਤਰ। ਸਾਰੇ ਫੁੱਲਾਂ ਨੂੰ ਤਾਂ ਫਲ ਲੱਗਦਾ ਨਹੀਂ ਭਾਈ। ਇਵੇਂ ਧਰਮ ਨੇ ਸਾਰੇ, ਧਰਮ ਫੁੱਲ ਫਲ ਗਿਆਨ। ਜੇ ਆਪਾਂ ਨੂੰ ਗਿਆਨ ਨਾ ਹੋਇਆ ਫਿਰ ਆਪਾਂ ਰਹਿ ਗਏ। ਫਲ ਕਾਰਨ ਫੁੱਲੀ ਬਨਰਾਏ, ਫਲ ਲਾਗਾ ਤਾਂ ਫੂਲ ਬਿਲਾਏ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮੇ ਨਾਸ। ਜਦੋਂ ਸਾਨੂੰ ਗਿਆਨ ਹੋ ਜਾਂਦਾ ਹੈ ਗੁਰ ਸ਼ਬਦ ਦੇ ਵਿੱਚੋਂ, ਮਨ ਬੁੱਧੀ ਤਿਆਗ ਕਰਕੇ ਸੰਸਾਰ ਦਾ, ਆਪਦੇ ਪ੍ਰੀਤਮ ਰੋਧ ਰਹਿ ਰਸ ਵੀ ਆਪਾਂ ਪੜ੍ਹਦੇ ਹਾਂ, ਸਤਿਗੁਰ ਸੱਜਣ ਮਿਲੇ, ਸਤਿਗੁਰ 'ਚ ਲੈ ਹੋ ਜਾਂਦੇ ਨੇ। ਫਿਰ ਹੀ ਸਾਡੀ ਮਤ ਦਾ ਤਿਆਗ ਹੁੰਦਾ, ਫਿਰ ਸਾਡਾ ਕਰਮ ਜਾਂਦਾ ਵਾ। ਉਸ ਅਵਸਥਾ ਵਾਲੇ ਹੀ ਕਹਿੰਦੇ ਨੇ, ਹੁਕਮੀ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ, ਤਾਂ ਹਉਮੈ ਕਹੇ ਨਾ ਕੋਈ। ਉਹਨਾਂ ਦੀ ਤਾਂ ਬਾਣੀ ਹੈ ਭਾਈ, ਗੁਰੂ ਭਗਤ ਸਾਹਿਬਾਨਾਂ ਦੀ ਆਪਣੇ ਕੋਲੇ। ਆਪਾਂ ਉਹਨਾਂ ਦੀ ਰਾਹ 'ਤੇ ਚੱਲਣਾ ਵਾ। ਜੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ ਫਿਰ ਹੀ ਆਪਾਂ ਨੂੰ ਪ੍ਰਾਪਤੀ ਹੋਊਗੀ। ਪਰ ਆਪਾਂ ਤਾਂ ਸਤਿਗੁਰਾਂ ਨੂੰ ਉਪਦੇਸ਼ ਕਰਦੇ ਹਾਂ। ਦੇਖੇ ਹੀ ਆਪਾਂ ਗੁਰੂ ਘਰਾਂ 'ਚ ਵੀ ਜਾਂਦੇ ਹਾਂ, ਦੂਰ ਧਾਰਮਿਕ ਸਮਾਗਮਾਂ 'ਤੇ ਵੀ ਦੇਖਦੇ ਹਾਂ, ਔਰ TV 'ਤੇ ਦੇਖ ਰਹੇ ਨੇ, ਕਈ ਪ੍ਰਚਾਰਕ ਲੱਗੇ ਹੋਏ ਨੇ। ਔਰੋਂ ਕੋ ਉਪਦੇਸ਼ ਤੇ ਮੁਕਮੇ ਪਰ ਹੈ ਰੇਤ, ਰਾਸ ਬਗਾਨੀ ਰਾਖ ਤੇ ਖਾਇਆ ਕਰ ਕਾ ਖੇਤ। ਕਬੀਰ ਜੀ ਸਮਝਾਉਂਦੇ ਨੇ ਭਾਈ, ਅਸੀਂ ਦੂਜਿਆਂ ਨੂੰ ਉਪਦੇਸ਼ ਕਰਦੇ ਹਾਂ, ਆਪ ਨਹੀਂ ਕਮਾਈ ਕਰਦੇ। ਉਹ 'ਚੋਂ ਕੀ ਹੋ ਜਾਂਦਾ? ਹਉਮੈ ਦੇ ਵਿੱਚ ਕਰਮ ਕਮਾਉਣ ਨਾਲ ਸਾਡਾ ਹੰਕਾਰ ਵੱਧ ਜਾਂਦਾ, ਲੋਕ ਸਾਨੂੰ ਮੰਨਣ ਲੱਗ ਜਾਂਦੇ ਨੇ, ਪ੍ਰਭਾਵਿਤ ਹੋ ਜਾਂਦੇ ਨੇ, ਭਾਵੁਕ ਹੋ ਜਾਂਦੇ ਨੇ। ਗੁਰ ਸ਼ਬਦ ਦੀ ਬਜਾਏ ਜੁੜਨ ਨਾਲੋਂ ਅਸੀਂ ਉਹਨਾਂ ਨਾਲ ਜੁੜ ਜਾਂਦੇ ਹਾਂ। ਸਾਰਾ ਹਉਮੈ ਦਾ ਖੇਲ ਹੈ ਭਾਈ, ਇਹ ਤੋਂ ਤਾਂ ਬਚਣਾ ਵਾ। ਉਹ ਫਿਰ ਅਸੀਂ ਬਸਤਰ ਪਾ ਕੇ ਪੂਰੇ ਹੋ ਜਾਂਦੇ ਹਾਂ, ਡਿਗਰੀਆਂ ਲੈ ਲੈਂਦੇ ਹਾਂ ਆਪਦੀਆਂ ਸਾਰੀਆਂ ਜਿੰਨੀਆਂ ਵੀ ਆਪਾਂ ਦੇਖਦੇ ਹੀ ਹਾਂ। ਚਲੋ ਉਹਨਾਂ ਨੂੰ ਤਾਂ ਕੀ ਵਿਚਾਰਨਾ ਆਪਾਂ। ਉਹਨਾਂ ਨੂੰ ਭਗਤ ਕਬੀਰ ਜੀ ਕੀ ਸਮਝਾਉਂਦੇ ਹੈ? ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਸਹਰ ਕੇ ਨਾਮ ਬਿਨ ਬੰਦੇ ਜੰਮ ਪਰ ਜਾਏ। ਫਿਰ ਕੀ ਮਿਲਿਆ ਭਾਈ ਆਪਾਂ ਨੂੰ? ਮਹਿੰਗੇ ਵਸਤਰ ਪਾ ਕੇ ਸੰਸਾਰ ਦੀਆਂ ਵਡਿਆਈਆਂ, ਕੀ ਮਿਲਿਆ ਫਿਰ? ਸਾਰਿਆਂ ਨੂੰ ਜੰਮ ਬੰਨ੍ਹ ਕੇ ਲੈ ਗਿਆ। ਫਿਰ ਕਾਹਦੇ 'ਚ ਕਰਮ ਹੋਏ? ਹਉਮੈ 'ਚ ਹੀ ਹੋਏ। ਉਹੀ ਤਾਂ ਸਤਿਗੁਰ ਸਮਝਾਉਂਦੇ ਨੇ ਆਪਾਂ ਨੂੰ ਭਾਈ, ਜਿੰਨੇ ਵੀ ਅਸੀਂ ਕਰਮ ਕਰਦੇ ਹਾਂ, ਜਦ ਤੱਕ ਕਰਮ ਨਾਸ ਨਹੀਂ ਹੁੰਦਾ, ਆਤਮਾ ਪ੍ਰਾਤਮਾ 'ਚ ਲੈ ਨਹੀਂ ਹੋ ਸਕਦੀ। ਇਹਦਾ ਦੁੱਖ ਸਾਗਰ 'ਚੋਂ ਛੁਟਕਾਰਾ ਨਹੀਂ ਹੋ ਸਕਦਾ। ਇਹ ਦੁੱਖ ਸਾਗਰ ਆਪਾਂ ਸੁੱਖ ਸਾਗਰ ਜਾਣਾ ਵਾ। 12ਵਾਂ ਸਤਿਗੁਰ ਸਮਝਾਉਂਦੇ ਨੇ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਇਹੀ ਤਾਂ ਬੇਨਤੀ ਕਰਨੀ ਸੀ। ਕਰਮ ਕਰਕੇ ਤਾਂ ਆਪਾਂ ਵਿਛੜੇ ਹੋਏ ਹਾਂ। ਫਿਰ ਜਦੋਂ ਇਹਨੂੰ ਗਿਆਨ ਹੋ ਜਾਂਦਾ, ਗਿਆਨ ਪਿਆ ਤਾਂ ਕਰਮੇ ਨਾਸ, ਉਸ ਤੋਂ ਬਾਅਦ ਫਿਰ ਇਹ ਸਾਡੀ
ਜਿਹੜੀ ਭਗਤੀ ਹੈ ਸ਼ੁਰੂ ਹੁੰਦੀ ਹੈ। ਗਿਆਨ ਪਹਿਲਾ ਪਦਾਰਥ ਆ ਆਪਣਾ, ਫਿਰ ਨਾਲ ਮੁਕਤੀ ਮਿਲ ਜਾਂਦੀ ਹੈ, ਸੰਤੋਖ ਅੱਗੇ ਆਪਾਂ ਨੂੰ ਆ ਜਾਣਾ। ਸੇਵਾ ਕੀ ਹੁੰਦੀ ਹੈ, ਕਿਵੇਂ ਕੀਤੀ ਜਾਂਦੀ ਹੈ, 2 ਪਦਾਰਥਾਂ ਦੀ ਪ੍ਰਾਪਤੀ ਕਰਨੀ ਹੈ, ਫਿਰ ਆਪਣੇ ਜੀਵਨ ਦੀ ਸ਼ੁਰੂਆਤ ਹੋਣੀ ਹੈ। ਫਿਰ ਆਪਾਂ ਹਉਮੈ 'ਚੋਂ ਨਿਕਲਣਾ, ਨਹੀਂ ਤਾਂ ਫਿਰ ਸਾਰੇ ਜਿੰਨੇ ਕਰਮ ਕਰਦੇ ਹਾਂ ਆਪਾਂ ਹਉਮੈ 'ਚ ਹੀ ਕਰਦੇ ਹਾਂ। ਹਉਮੈ ਇਹ ਜਾਤ ਹੈ ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਜੋਨੀ ਪਾਏ। ਫਿਰ ਭਾਈ ਜੰਮਣ ਮਰਨ ਨੂੰ ਜਾਣਾ ਪਊ। ਜੇ ਆਪਾਂ ਗੁਰੂ ਭਗਤ ਸਾਹਿਬਾਨਾਂ ਦੇ ਮਾਰਗ ਨੂੰ ਨਾ ਸਮਝਿਆ, ਭਗਤੀ ਨਾ ਕੀਤੀ, ਬਹੁਤ ਸੂਖਮ ਮਾਰਗ ਹੈ, ਬਹੁਤ ਬਰੀਕੀ ਨਾਲ ਇਹਨੂੰ ਵਿਚਾਰਨਾ। ਖੰਨਿਓ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ, ਫਿਰ ਵੀ ਅਸੀਂ ਹਠ ਯੋਗ ਤਪ ਜੋਗ 'ਚ ਲੱਗੇ ਹੋਏ ਹਾਂ ਆਪਦੀ ਮੱਤ ਨਾਲ। ਸਾਡੀ ਮੱਤ ਦਾ ਵਿਸ਼ਾ ਨਹੀਂ ਭਾਈ, ਅਸੀਂ ਤਾਂ ਉਹਨੂੰ ਮਹਿਸੂਸ ਵੀ ਨਹੀਂ ਕਰ ਸਕਦੇ। ਹਾਂ, ਗੁਰ ਸ਼ਬਦ ਦੇ ਗਿਆਨ 'ਤੇ ਕੰਮ ਹੁੰਦਾ ਹੈ, ਸਾਨੂੰ ਗਲਤੀਆਂ ਦਾ ਅਹਿਸਾਸ ਹੋ ਜਾਂਦਾ ਹੈ ਵੀ ਅਸੀਂ ਇੰਨੀਆਂ ਗਲਤੀਆਂ ਕੀਤੀਆਂ, ਅਸੀਂ ਇੰਨੇ ਪਾਪੀ ਹਾਂ, ਇੰਨੇ ਦੁਸ਼ਟ ਹਾਂ। ਸਾਨੂੰ ਇੰਨੀ ਸਮਝ ਜ਼ਰੂਰ ਆ ਜਾਂਦੀ ਹੈ। ਗਲਤੀਆਂ ਦਾ ਅਹਿਸਾਸ ਹੋ ਜਾਣਾ ਹੀ ਸਾਡਾ ਸੰਸਾਰ 'ਚੋਂ ਛੁਟਕਾਰਾ ਹੋ ਜਾਣਾ। ਅਮੁੱਲ ਬਖਸ਼ਿਸ਼, ਫਿਰ ਅਮੁੱਲ ਬਖਸ਼ਿਸ਼ ਹੁੰਦੀ ਹੈ ਅਤੇ ਜੀਵ ਦੁੱਖ ਸਾਗਰ 'ਚੋਂ ਨਿਕਲ ਕੇ ਸੁਖ ਸਾਗਰ ਪਹੁੰਚ ਜਾਂਦਾ ਹੈ। ਸੁਖ ਸਾਗਰ ਕੀ ਜਾਣਾ? ਧਿਆਨ। ਦੁੱਖ ਸਾਗਰ 'ਚੋਂ ਸੁਖ ਸਾਗਰ ਦਾ ਗਿਆਨ ਲੈਣਾ। ਪਹਿਲਾਂ ਆਪਾਂ ਕਿਵੇਂ ਪਹੁੰਚਣਾ ਉੱਥਾਂ? ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਉੱਥੇ ਧਿਆਨ ਨਹੀਂ ਜਾਣਾ ਭਾਈ, ਸਰੀਰ ਇੱਥੋਂ ਮਿਲਿਆ ਇੱਥੇ ਹੀ ਰਹਿ ਜਾਣਾ ਮੈਂ। ਇਸ ਕਰਕੇ ਆਪਾਂ ਫਿਰ ਜੂਨੀਆਂ 'ਚ ਘੁੰਮਦੇ ਰਹਿੰਦੇ ਹਾਂ। ਹਉਮੈ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ, ਕਿੱਥੋਂ ਪੈਦਾ ਹੁੰਦੀ ਹੈ ਇਹਨੂੰ ਸਮਝਣਾ ਸੀ ਆਪਾਂ। ਅੱਖੀਂ ਵੇਖਣ ਰੱਜੀਆਂ ਬਹੁ ਰੰਗ ਤਮਾਸੇ, ਅੱਖਾਂ ਵੇਖਦੀਆਂ ਨੇ ਇੱਛਾ ਪੈਦਾ ਕਰ ਲੈਂਦੀਆਂ ਨੇ। ਹਉਮੈ ਇਹੀ ਇੱਛਾ ਹੀ ਹੈ, ਇੱਛਾ ਜਾਂਦੀ ਹੀ ਨਹੀਂ। ਇੱਛਾ ਦਾ ਹੁਣ ਤਿਆਗ ਕਰਨਾ ਵਾ। ਇਹ ਜਿੱਥੋਂ ਇੱਛਾ ਉੱਠਦੀ ਹੈ ਉੱਥੋਂ ਬੰਦ ਕਰਨੀ ਆ ਆਪਾਂ, ਉੱਥੋਂ ਕਿਰਪਾ ਰਹਿਮਤ ਲੈਣੀ ਆ ਦਾਤੇ ਦੀ। ਕਿੱਥੋਂ ਉੱਠਦੀ ਆ? ਅੰਦਰੋਂ ਉੱਠਦੀ ਆ ਇੱਛਾ। ਪਾਣੀ ਕਿੱਥੇ ਟੁੱਟਦਾ ਹੈ, ਅਸੀਂ ਬੰਦ ਕਿੱਥੇ ਕਰਦੇ ਹਾਂ? ਗਾਹਾਂ ਆ ਕੇ। ਜਿਹੜੀ ਸਾਡੇ ਗਿਆਨ ਇੰਦਰੀਆਂ ਦੀ ਡੋਰ ਹੈ ਉਹ ਰਾਮ ਸਰੋਵਰ ਤੱਕ ਨਹੀਂ ਪਹੁੰਚਦੀ ਭਾਈ, ਇਹ ਉੱਥੇ ਜਾ ਕੇ ਬੰਦ ਹੋਣਾ ਸਾਰਾ ਕੁਛ। ਇਹ ਮਾਇਆ ਪਾਰ ਕਰਨੀ ਪੈਣੀ ਆਪਾਂ ਨੂੰ, ਆਪਦੀ ਮਤ ਨਾਲ ਤਾਂ ਆਪਾਂ ਕਰ ਨਹੀਂ ਸਕਦੇ ਪਾਰ। ਇਹ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਵੇ ਪਾਰ। ਉਹੀ ਗੁਰਸਿੱਖ ਨੇ ਜਿਹੜੇ ਗੁਰੂ ਦੀ ਵਿਚਾਰ ਨਾਲ ਜੁੜੇ ਹੋਏ ਨੇ, ਗੁਰੂ ਘਰਾਂ ਦੇ ਵਿੱਚ ਗੁਰੂ ਕੇ ਪਿਆਰੇ ਪ੍ਰਚਾਰ ਕਰਦੇ ਨੇ ਗੁਰਬਾਣੀ ਦਾ, ਸਿਰਫ ਗੁਰਬਾਣੀ ਦਾ। ਉਹੀ ਗੁਰੂ ਕੇ ਪਿਆਰੇ ਨੇ। ਬਾਣੀ ਤੋਂ ਜਿਹੜੀ ਵੱਖਰੀਆਂ ਮੱਤਾਂ ਨੇ ਸਾਡੀਆਂ, ਸਤਿਗੁਰਾਂ ਨੇ ਮਨ੍ਹਾ ਕੀਤਾ ਸਾਨੂੰ। ਸਤਿਗੁਰ ਵਾਜੋਂ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀਆਂ ਅੱਖ ਵਿਖਾਣੀ। ਉਹ ਫਿਰ ਕੀ ਹੈ? ਫਿਰ ਅਸੀਂ ਸੰਸਾਰ ਨਾਲ ਜੁੜ ਜਾਂਦੇ ਹਾਂ। ਉਹ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਹਉਮੈ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ। ਇਹੀ ਵਿਧੀ ਹੈ ਭਾਈ, ਇਹਨੂੰ ਵਿਚਾਰਦੇ ਰਹਿਣਾ। ਸੰਜਾਮ ਲਾਗ ਭਵਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਮਾਇਆ ਤਾਂ ਉਹਨੇ ਬਣਾਈ ਹੈ ਭਾਈ, ਮਾਇਆ ਤਾਂ ਸਾਡਾ ਵਿਸ਼ਾ ਹੀ ਨਹੀਂ ਹੈਗਾ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਉਹਦੇ ਹੁਕਮ ਤੋਂ ਬਿਨਾਂ ਸਾਨੂੰ ਕਿਵੇਂ ਮਿਲੂਗਾ? ਸੰਸਾਰ 'ਚ ਕੁਛ ਵੀ ਜੋ ਹੋ ਰਿਹਾ ਸਾਡੀ ਬੁੱਧੀ ਦਾ ਵਿਸ਼ਾ ਨਹੀਂ ਵੀ ਅਸੀਂ ਸੂਰਜ ਨੂੰ ਰੋਕ ਦਈਏ, ਹਵਾ ਨੂੰ ਰੋਕ ਦਈਏ, ਮੀਂਹ ਰੋਕ ਦਈਏ। ਝੂਠ ਤਾਂ ਬਹੁਤ ਭੁੱਲਿਆ ਜਾਂਦਾ ਵਾ, ਪਰ ਸਾਨੂੰ ਗੁਰਬਾਣੀ 'ਚੋਂ ਪਤਾ ਲੱਗਦਾ ਹੈ। ਭੈਵੇਂ ਚੱਲੇ ਪਵਨ ਸਦਬਾਹੋ, ਭੈਵੇਂ ਚੱਲੇ ਲੱਖ ਦਰਿਆਓ। ਹਵਾ ਪਾਉਣ ਪਾਣੀ ਤਾਂ ਉਹਦੇ ਹੁਕਮ ਚੱਲਦੇ ਨੇ, ਸਾਰੀ ਸ੍ਰਿਸ਼ਟੀ ਉਹਦੇ ਹੁਕਮ ਚੱਲ ਰਹੀ ਹੈ। ਹੁਕਮ ਦਾ ਬਾਣੀ ਵਿਖਿਆਨ ਕਰਦੀ ਹੈ। ਫਿਰ ਸਾਨੂੰ ਹੁਕਮ ਦੀ ਸਮਝ ਤਾਂ ਹੀ ਆਊਗੀ ਜੇ ਅਸੀਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ, ਇਹਨੂੰ ਸੁਣਾਂਗੇ, ਵਿਚਾਰਾਂਗੇ। ਗੁਰੂ ਘਰਾਂ ਦੇ ਵਿੱਚ ਵੀ ਜਾ ਕੇ ਉਹ ਗੁਰਸ਼ਬਦ ਕਰਨੀ ਧਿਆਨ ਰੱਖਣਾ। ਕਿਤੇ ਵੀ ਜਾਈਏ ਅਸੀਂ, ਹਜ਼ੂਰ ਸਾਹਿਬ ਜਾਈਏ, ਹੇਮਕੁੰਟ ਜਾਈਏ, ਕਿਸੇ ਵੀ ਧਰਮ ਸਥਾਨ 'ਤੇ ਜਾਈਏ, ਸਤਿਗੁਰਾਂ ਦੇ ਵਚਨ ਕਰਨੀ ਧਿਆਨ ਰੱਖਾਂਗੇ, ਤਾਂ ਹੀ ਸਫਲ ਹੋਵਾਂਗੇ ਸੰਸਾਰ ਸਾਡਾ ਆਉਣਾ। ਹਉਮੈ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ, ਇਹ ਵਿਧੀ ਨਾ ਜਾਣੀ ਹੈ ਭਾਈ। ਗੁਰਸੇਵਾ ਸ਼ਬਦ ਵਿਚਾਰ ਨਾਲ ਅੱਗੇ ਆ ਜਾਣਾ ਆਪਾਂ ਨੂੰ। ਹਉਮੈ ਇਹੋ ਹੁਕਮ ਹੈ ਵੀ ਇਹ ਕਿਰਤ ਫਿਰ ਆਏ। ਵੀ ਆਹ ਕਿਰਤ ਨੱਚੇ, ਸਭ ਕੋਈ ਸਾਰੇ ਨੱਚ ਰਹੇ ਨੇ ਕਿਰਤ ਦੇ ਵਿੱਚ। ਹਉਮੈ ਆਪਾਂ ਪਿੱਛੇ ਵਿਚਾਰਿਆ ਹੀ ਆ। ਇਹ ਜਾਤ, ਹਉਮੈ ਇਹ ਜਾਤ ਹੈ। ਜਾਤ ਕੀ ਹੁੰਦਾ? ਸਰੀਰ। ਕਿਵੇਂ ਪਤਾ ਲੱਗਿਆ ਆਪਾਂ ਨੂੰ ਵੀ ਇਹੀ ਹਉਮੈ ਆਤਮਾ ਨੂੰ ਚਿੰਬੜੀ ਹੋਈ ਹੈ, ਇਹੀ ਸਰੀਰ ਚਿੰਬੜੇ ਹੋਏ ਨੇ? ਇਹ ਗੁਰਬਾਣੀ 'ਚੋਂ ਆਪਾਂ ਨੂੰ ਪਤਾ ਲੱਗਦਾ ਹੈ। ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ। ਦਾਰੂ ਵੀ ਇਹਦੇ ਵਿੱਚ ਹੀ ਪਾਤੀ, ਦਵਾਈ ਵੀ ਇਹਦੇ ਵਿੱਚ ਹੀ ਹੈ। ਜੇ ਆਪਾਂ ਵਿਚਾਰਾਂਗੇ ਫਿਰ ਹੀ ਆਪਾਂ ਇਹਦੀ ਪ੍ਰਾਪਤੀ ਕਰਾਂਗੇ। ਆਪਾਂ ਕਹਿ ਦਿੰਦੇ ਹਾਂ ਸਰਬ ਰੋਗ ਕਾ ਔਖਦ ਨਾਮ, ਸਾਰੀ ਬਿਮਾਰੀਆਂ ਦਾ ਇਲਾਜ ਨਾਮ ਹੈ। ਪਰ ਅਸੀਂ ਉਹਦੀ ਕਮਾਈ ਤਾਂ ਕਰਦੇ ਹੀ ਨਾ, ਮੰਗਦੇ ਹਾਂ ਨਾ, ਉਹਦੀ ਅਰਦਾਸ ਕਰਦੇ ਹਾਂ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਮੰਗ ਲੈਂਦੇ ਹਾਂ। ਜਿਹਦੇ ਨਾਲ ਸਾਡੀ ਬਿਮਾਰੀ ਜਾਣੀ ਹੈ, ਹਉਮੈ ਜਾਣੀ, ਉਹ ਮੰਗਦੇ ਨਹੀਂ ਅਸੀਂ। ਉਹ ਕੀ ਆ?
ਦੇ ਨਾਮ ਸੰਤੋਖੀਏ ਉਤਰੇ ਮਨ ਕੀ ਭੁੱਖ। ਇਹ ਦਾਤਾ ਕਿਰਪਾ ਰਹਿਮਤ ਕਰ, ਸਾਡੇ ਤੇ ਨਾਮ ਦੀ ਬਖਸ਼ਿਸ਼ ਕਰ। ਮਨ ਸੰਤੋਖ ਜਦੋਂ ਆਉਂਦਾ ਫਿਰ ਨਾਮ ਦੀ ਭਗਤੀ 'ਚ ਲੱਗਦਾ ਹੈ। ਫਿਰ ਮਨ ਦੀ ਭੁੱਖ ਜਿਹੜੀ ਅਸੀਂ ਸਰੀਰ ਨਾਲ ਜੋੜਤੀ, ਗਤੀ ਆਤਮਾ ਦੀ ਹੋਣੀ ਸੀ, ਸਰੀਰ ਦੀ ਕਰਨ ਲੱਗ ਗਏ। ਫਿਰ ਕਿੱਥੋਂ ਪ੍ਰਾਪਤੀ ਹੋਣੀ ਸੀ ਭਾਈ? ਫਿਰ ਇਹੀ ਸਾਡਾ ਜੰਮਣ ਮਰਨ ਦਾ ਕਾਰਨ ਹੈ। ਕਿਸ ਕਾਰਨ ਤੁਮ ਜਗ ਆਏ ਭਾਈ? ਸਤਿਗੁਰ ਸਮਝਾਉਂਦੇ ਆ ਕੀ ਕਰਨ ਆਇਆ ਇੱਥੇ ਫਿਰ ਭਾਈ? ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਆ ਜਾਣਾ ਆਪਾਂ ਨੂੰ ਅੱਗੇ ਸਤਿਗੁਰਾਂ ਦੇ ਵਚਨ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਮਝੀਏ। ਸਮਝ ਤੋਂ ਬਾਅਦ ਫਿਰ ਜਿਹੜਾ ਸਾਡਾ ਸ਼ਬਦ 'ਚੋਂ ਗਿਆਨ ਹੁੰਦਾ ਵਾ, ਉਹਦੇ ਨਾਲ ਸਾਡਾ ਛੁਟਕਾਰਾ ਹੋਣਾ ਵਾ। ਫਿਰ ਇਹ ਹਉਮੈ ਜਾਣੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਬੀਸ ਮਾਹੇ। ਇਹ ਸਦੀਆਂ ਤੋਂ ਵੱਡਾ ਰੋਗ ਹੈ ਭਾਈ। ਕਿੰਨੀਆਂ ਜੂਨੀਆਂ 'ਚ ਘੁੰਮ ਕੇ ਆਇਆ, ਹੁਣ ਫਿਰ ਜੂਨੀਆਂ 'ਚ ਘੁੰਮੀ ਜਾਂਦਾ। ਇਹ ਦਵਾਈ ਬਾਹਰ ਨਹੀਂ ਹੈਗੀ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਸੁਨ ਸਮਾਦ ਤੇ ਆਨੰਦ ਨਾਦ, ਕਹੀ ਨਾ ਜਾਈ ਅਚਰਜ ਬਿਸਮਾਦ। ਇਹ ਡਾਇਰੈਕਟ ਦਿਖਾਈ ਨਹੀਂ ਜਾਂਦੀ, ਸਮਝੀ ਜਾਂਦੀ ਹੈ। ਕਹਿਣੇ ਕੀ ਸੋਭਾ ਨਹੀਂ, ਦੇਖੇ ਹੀ ਪਤਿਆਏ। ਕਬੀਰ ਜੀ ਕਹਿੰਦੇ ਤੁਸੀਂ ਵੀ ਦੇਖੋ ਭਾਈ, ਤੁਸੀਂ ਵੀ ਪਹੁੰਚੋ ਆਪਦੇ ਘਰ। ਭਗਤ ਗੁਰੂ ਸਾਰੇ ਹੀ ਆਪਾਂ ਨੂੰ ਉਪਦੇਸ਼ ਕਰ ਰਹੇ ਨੇ ਵੀ ਤੁਸੀਂ ਵੀ ਕਮਾਈ ਕਰੋ ਭਾਈ, ਆਪਦੇ ਘਰ ਪਹੁੰਚੋ। ਸਭਨਾ ਕਾ ਮਾਂ ਪਿਓ ਆਪ ਹੈ, ਸਾਰਿਆਂ ਦਾ ਹੀ ਆ ਉਹ। ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨੀ ਥਾਈ। ਤਾਂ ਪਉ ਕਿਹਾ ਕਾੜਾ ਜੀ, ਉਹ ਸਾਰਿਆਂ ਦਾ ਹੀ ਹੈ ਭਾਈ। ਸਾਰਿਆਂ ਦਾ ਹੀ ਬਾਪ ਆਹੋ, ਸਾਰਿਆਂ ਦਾ ਪ੍ਰਤਪਾਲਕ ਹੈ। ਸਤਿਗੁਰ ਮੇਰਾ ਸਭ ਕਾ ਦਾਤਾ, ਸਤਿਗੁਰ ਮੇਰਾ ਮਾਰਜ ਵਾਲੇ, ਸਤਿਗੁਰ ਮੇਰਾ ਸਦਾ ਸਦਾ। ਉਹ ਆਵੇ ਨਾ ਜਾਈ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਿਹਾ ਸਵਾਈ। ਉਹਦੀ ਕਿਰਪਾ ਨਾਲ ਸਾਡਾ ਸਾਹ ਚੱਲ ਰਿਹਾ ਹੈ। ਉਹ ਸਾਰੀ ਦੁਨੀਆ ਜਾਗਦਾ, ਅਸੀਂ ਸੌਂ ਜਾਂਦੇ ਹਾਂ। ਸਤਿਗੁਰ ਜਾਗਤਾ ਹੈ ਦਿਓ, ਤਈਓ ਤਾਂ ਸਾਡਾ ਸਾਹ ਚੱਲ ਰਿਹਾ ਉਹਦੀ ਕਿਰਪਾ ਨਾਲ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੂ। ਫੇਰ ਹੀ ਸਮਝ ਆਉਗੀ ਨਾ, ਪਹਿਲਾਂ ਸਤ ਕਰਕੇ ਮੰਨਾਂਗੇ ਵੀ ਜੋ ਗੁਰੂ ਸਾਹਿਬਾਨਾਂ ਨੇ ਕਹਿਤਾ ਹੈ ਸੱਚ ਹੈ। ਜੋ ਹੋ ਰਿਹਾ ਉਹ ਵੀ ਸੱਚ ਹੈ, ਅੱਗੇ ਨੂੰ ਜੋ ਹੋਊਗਾ ਉਹ ਵੀ ਸੱਚ ਹੈ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ। ਅਨਹੋਨੀ ਕੋਈ ਨਹੀਂ ਹੁੰਦੀ, ਜੋ ਲਿਖਤਾ ਉਹੀ ਹੋਣਾ ਮਾਂ। ਉਹਦੇ ਹੁਕਮ ਨੂੰ ਕੋਈ ਨਹੀਂ ਮੋੜ ਸਕਦਾ ਹੈਗਾ। ਸੰਮਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਖ ਲਓ ਭਾਈ ਸਾਰੇ ਨਾਮ ਦਾ ਤੇਲ ਪਾ ਕੇ। ਜਦੋਂ ਅਸੀਂ ਜਨਮ ਲੈਂਦੇ ਹਾਂ, ਸਾਡਾ ਬਾਇਓਡਾਟਾ ਸਾਰਾ ਲਿਖਿਆ ਜਾਂਦਾ, ਕੋਈ ਨਹੀਂ ਇਹਨੂੰ ਕੱਟ ਸਕਦਾ। ਆਪਣ ਹੱਥੀਂ ਆਪਣਾ ਆਪੇ ਹੀ ਕਾਸ ਵਾਰੀ। ਹੱਥਾਂ ਜੋੜੀ ਕਰਕੇ ਆਪਾਂ ਆਪਦੇ ਘਰ ਪਹੁੰਚਣਾ ਵਾ। ਉਹੀ ਤਾਂ ਬਾਣੀ ਆਪਾਂ ਨੂੰ ਬਾਰ-ਬਾਰ ਸਮਝਾ ਰਹੀ ਹੈ। ਹਰ ਕਾ ਨਾਮ ਨ ਜਪਤ ਗਬਾਰਾ, ਕਿਆ ਸੋਚੇ ਬਾਰੰਬਾਰ ਵਾਰਾ। ਅਸੀਂ ਸੋਚਦੇ ਰਹਿੰਦੇ, ਜਦੋਂ ਸਮਾਂ ਨਿਕਲ ਜਾਂਦਾ ਭਾਈ, ਬਿਰਧ ਪਿਓ ਸੋਝੇ ਨਹੀਂ। ਕਾਲ ਪਹੁੰਚੇ ਹੁਣ, ਚੱਲ ਭਾਈ ਤਿਆਰੀ। ਫਿਰ ਅਸੀਂ ਜੰਮਣ ਮਰਨ ਨੂੰ ਚਲੇ ਜਾਂਦੇ ਹਾਂ। ਇਹ ਸਿਲਸਿਲਾ ਕਦੋਂ ਮੁੱਕੂਗਾ, ਕਦੋਂ ਛੁਟਕਾਰਾ ਹੋਊਗਾ? ਜਦੋਂ ਅਸੀਂ ਗੁਰ ਅਨੁਸਾਰੀ ਹੋਵਾਂਗੇ। ਜੋ ਗੁਰਬਾਣੀ ਵਿੱਚ ਸਾਨੂੰ ਦੱਸਿਆ ਗਿਆ, ਇਹਦੇ ਧਾਰਨੀ ਬਣਾਂਗੇ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗੇ ਆਵੇ ਕੰਮ। ਫਿਰ ਅਸੀਂ ਦਰਗਾਹ 'ਚ ਪਹੁੰਚਾਂਗੇ, ਦੇਵਲੋਕ ਪਹੁੰਚਾਂਗੇ, 10ਵੇਂ ਦਵਾਰ 'ਚ ਪਹੁੰਚਾਂਗੇ। ਫਿਰ ਸਾਡੀ ਭਗਤੀ ਨਾਮ ਦੀ ਸ਼ੁਰੂ ਹੋਣੀ ਆ। ਅੱਗੇ ਦਾ ਗਾਹਾਂ ਫਿਰ ਆਪਾਂ ਸ਼ਬਦ ਦੇ ਨਾਲ ਵਿਚਾਰ ਕਰਾਂਗੇ। ਜਿਵੇਂ ਜਿਵੇਂ ਹੁਕਮ ਸਤਿਗੁਰਾਂ ਦੇ ਆਉਂਦੇ ਆ, ਉਹਦੇ ਨਾਲ ਵਿਚਾਰਿਆ ਜਾਵੇ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਆ। ਹਉਮੈ ਦੀਰਘ ਰੋਗ ਹੈ, ਦਾਰੂ ਬੀਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਸਤਿਗੁਰਾਂ ਨੇ ਸਮਝਾਤਾ ਨਾ ਆਪਾਂ ਨੂੰ ਵੀ ਇਹ ਕਿਰਪਾ ਲੈਣੀ ਸੀ, ਪਰ ਆਪਾਂ ਤਾਂ ਲੋਕਾਂ ਦੀ ਕਿਰਪਾ ਕਰਨ ਲੱਗ ਗਏ ਭਾਈ। ਕਿਰਪਾ ਤਾਂ ਆਪਾਂ ਸਤਿਗੁਰਾਂ ਤੋਂ ਲੈਣੀ ਸੀਗੀ। ਗੁਰੂ ਘਰਾਂ 'ਚ ਜਾ ਕੇ ਵੀ ਜੋ ਅਸੀਂ ਸੇਵਾ ਕਰਦੇ ਹਾਂ, ਜੋ ਵੀ ਧਰਮ ਕਰਮ ਕਰਦੇ ਹਾਂ, ਉਹਦਾ ਹੰਕਾਰ ਸਾਨੂੰ ਪੈਦਾ ਹੋ ਜਾਂਦਾ ਹੈ। ਪਰ ਉਹ ਸੇਵਾ ਸਰੀਰ ਕਰਕੇ ਹੈ। ਜੇ ਗਿਆਨ ਹੋਵੇ ਫਿਰ ਨਹੀਂ ਉਹਦਾ ਹੰਕਾਰ ਪੈਦਾ ਹੁੰਦਾ। ਉਹ ਗਿਆਨ ਲੈਣਾ ਗੁਰੂ ਘਰ ਜਾ ਕੇ ਵੀ, ਕਿਸੇ ਵੀ ਧਾਰਮਿਕ ਸਮਾਗਮ 'ਤੇ ਗੁਰੂ ਕੇ ਪਿਆਰੇ ਪ੍ਰਚਾਰ ਕਰਦੇ ਨੇ। ਗੁਰ ਸ਼ਬਦ ਕਰਨੀ ਧਿਆਨ ਰੱਖਣਾ, ਤਾਂ ਪਾਰ ਨਿਕਲਾਂਗੇ। ਭਗਤ ਕਬੀਰ ਜੀ ਨੇ ਬਹੁਤ ਪਹਿਲਾਂ ਆਪਾਂ ਨੂੰ ਸਮਝਾਤਾ ਸੀ। ਗੱਗਾ ਗੁਰ ਕੀ ਬਚਨ ਪਛਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਕਿਤੇ ਵੀ ਗੁਰ ਉਪਦੇਸ਼ ਦੀ ਵਿਚਾਰ ਹੋ ਰਹੀ, ਉੱਧਰ ਹੀ ਧਿਆਨ ਲਾਉਣਾ ਵਾ। ਦੂਜੀਆਂ ਕੋਈ ਗੱਲਾਂ ਕਰਦਾ ਸਤਿਗੁਰ ਸਮਝਾਉਂਦੇ ਆ, ਧਿਆਨ ਹੀ ਨਹੀਂ ਧਰਨਾ ਉੱਧਰ। ਫਿਰ ਆਪਾਂ ਪਾਰ ਨਿਕਲਾਂਗੇ। ਉਹੀ ਸਤਿਗੁਰ ਸਮਝਾਉਂਦੇ ਆਪਾਂ ਨੂੰ, ਕਿਰਪਾ ਕਰੇ ਜਾ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਫਿਰ ਉਹਦੀ ਕਿਰਪਾ ਰਹਿਮਤ ਹੁੰਦੀ ਆ। ਅਸੀਂ ਗੁਰ ਸ਼ਬਦ ਵਿਚਾਰ ਨਾਲ ਜੁੜਦੇ ਹਾਂ। ਸਮਝ ਲਓ ਅਸੀਂ ਗੁਰ ਵਿਚਾਰ ਨਾਲ ਜੁੜ ਰਹੇ ਹਾਂ ਜਾਂ ਕਰ ਰਹੇ ਹਾਂ, ਤਾਂ ਸਾਡੇ 'ਤੇ ਕਿਰਪਾ ਹੋ ਚੁੱਕੀ ਹੈ। ਫਿਰ ਉਹਦੀ ਕਮਾਈ ਕਰਨੀ ਹੈ, ਉਹਦੇ ਧਾਰਨੀ ਬਣਨਾ, ਗੁਰ ਸ਼ਬਦ ਨਾਲ ਆਪਦੇ ਆਪ ਨੂੰ ਢਾਲਣਾ। ਸਾਡੇ 'ਚ ਇੰਨੀਆਂ ਕਮੀਆਂ ਨੇ, ਜੇਤਾ ਸਮੁੰਦ ਸਾਗਰ ਭਰਿਆ, ਤੇਤੇ ਔਗਣ ਹਮਾਰੇ। ਇੰਨੇ ਔਗਣ ਨੇ ਭਾਈ ਸਾਡੇ 'ਚ। ਸਾਨੂੰ ਬਾਣੀ ਸਮਝਾਉਂਦੀ, ਆਪਦੇ ਆਪ ਨਹੀਂ ਪਤਾ ਲੱਗਦਾ ਹੈਗਾ। ਇਹ ਆਪਾਂ ਸ਼ਬਦ ਦੀ ਕਮਾਈ ਕਰਨੀ ਆ, ਫਿਰ ਤਾਂ ਆਪਣਾ ਔਗਣਾਂ ਤੋਂ ਖਹਿੜਾ ਛੁੱਟੂ। ਫਿਰ ਗੁਣਾਂ ਦੀ ਕਮਾਈ ਕਰਨੀ ਹੈ। ਗੁਣਾਂ 'ਚ ਆਪਾਂ ਨੂੰ ਇਹ 'ਚੋਂ ਕਿਹੜੇ ਪ੍ਰਾਪਤ ਹੋਣੇ ਨੇ? ਨਿਰਭਉ, ਭੈ ਤੋਂ ਮੁਕਤ। ਚਿੰਤਾ ਖਤਮ ਹੋ ਗਈ, ਚਿੰਤਾ ਜਾਏ, ਮਿਟੇ ਹੰਕਾਰ। ਫਿਰ ਸਾਨੂੰ ਸਮਝ ਆਉਣਾ
ਵੀ ਅਸੀਂ ਦੂਰ ਕਿਉਂ ਸੀਗੇ। ਆਪਣੀ ਸੋਚ ਕਰਕੇ ਹੀ ਦੂਰ ਸੀ, ਕੁਦਰਤ ਦੂਰ ਨਹੀਂ ਹੈਗੀ। ਕਰਨੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ। ਇਹ ਕਮਾਈ ਕਰਨੀ ਆਪਾਂ ਭਾਈ, ਫਿਰ ਆਪਦੇ ਘਰ ਪਹੁੰਚਾਂਗੇ। ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਨਿਰਭਉ, ਭੈ ਤੋਂ ਮੁਕਤ, ਭੈ ਤੇ ਨਿਰਭਉ ਹੋਈ ਬਸਾਨਾ। ਫਿਰ ਨਿਰਭਉ ਹੋ ਕੇ ਉਹ ਜੀਵ ਆਤਮਾ, ਉਹ ਗੁਰਸਿੱਖ ਸੰਸਾਰ 'ਚ ਰਹਿੰਦੇ ਨੇ, ਗੁਰੂ ਦਾ ਜਸ ਕਰਦੇ ਨੇ। ਜਦ ਤੱਕ ਭੈ ਹੀ ਨਹੀਂ ਸਾਡਾ ਖਤਮ ਹੋਇਆ, ਗੁਰੂ ਦਾ ਜਸ ਕਿਵੇਂ ਕਰਾਂਗੇ? ਅਸੀਂ ਤਾਂ ਆਪਣਾ ਕਰਾਵਾਂਗੇ। ਕਿ ਸਤਿਗੁਰ ਕੀ ਸਮਝਾਉਂਦੇ ਨੇ? ਨਾਨਕ ਕਹੇ ਸੁਣ ਜਨੋ ਇਤ ਸੰਜਮ ਦੁੱਖ ਜਾਏ। ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਆਹ ਤਰੀਕੇ ਨਾਲ ਭਾਈ, ਜਿਹੜਾ ਹਉਮੈ ਇਹ ਜਾਤ ਹੈ, ਸਰੀਰ ਮਿਲਿਆ ਸਾਨੂੰ, ਆਤਮਾ ਦੇ ਗਲ ਪਿਆ ਹੋਇਆ, ਫਿਰ ਇਹ ਜਾਊਗਾ। ਇਹ ਵਿਧੀ ਨਾਲ ਇਹਨੂੰ ਆਪਾਂ ਵਿਚਾਰਦੇ ਰਹਿਣਾ, ਸਮਝਦੇ ਰਹਿਣਾ। ਪਿੱਛੇ ਵੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਹਉ ਵਿੱਚ ਆਇਆ ਹਉ ਵਿੱਚ ਗਿਆ। ਜੋ ਵੀ ਅਸੀਂ ਪੁੰਨ ਦਾਨ, ਜੋ ਵੀ ਧਰਮ ਕਰਮ ਕਰਦੇ ਹਾਂ, ਸਾਰੇ ਹਉਮੈ 'ਚ ਕਰਦੇ ਹਾਂ, ਹਉਮੈ 'ਚ ਹੀ ਚਲੇ ਜਾਂਦੇ ਨੇ। ਉਹ ਸਾਡਾ ਜੰਮਣ ਮਰਨ ਮੁੱਕਦਾ ਹੀ ਨਹੀਂ। ਇਹ ਹਉਮੈ ਕਿਵੇਂ ਜਾਊ? ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ। ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਵੇ, ਇਹਦੀ ਕਮਾਈ ਕਰਨੀ ਆ। ਅੱਗੇ ਫਿਰ ਆਪਾਂ ਨੂੰ ਆ ਜਾਣਾ। ਮੈਂ ਪੌੜੀ ਦੇ ਵਿੱਚ ਸੇਵ ਕੀਤੀ ਸੰਤੋਖੀ। ਕਿਹਨਾਂ ਨੇ ਸੇਵਾ ਕੀਤੀ, ਕਿਹਨਾਂ ਨੇ ਜਸ ਕੀਤਾ? ਜਿਨ੍ਹਾਂ ਦੀ ਹਉਮੈ ਚਲੀ ਜਾਂਦੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਇਸ 'ਚੋਂ ਗੁਰ ਸਾਹਿਬ 'ਚੋਂ ਗਿਆਨ ਪੈਦਾ ਹੋਊਗਾ, ਗਿਆਨ ਨਾਲ ਫਿਰ ਮਨ ਟਿਕੂਗਾ, ਸੰਤੋਖ ਹੋਊ। ਦੋ ਪਦਾਰਥ ਆਪਾਂ ਨੂੰ ਮਿਲ ਜਾਣਗੇ, ਦੋ ਆਪਾਂ ਨੂੰ ਅੱਗੇ ਮਿਲਣੇ ਨੇ। ਉਹ ਨਾਮ ਦੀ ਭਗਤੀ ਅੱਗੇ ਜਾ ਕੇ ਸ਼ੁਰੂ ਹੋਣੀ ਹੈ। ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਗੁਰੂ ਘਰਾਂ 'ਚ ਆਪਾਂ ਰੋਜ਼ ਸ਼ਲੋਕ ਪੜ੍ਹਦੇ, ਇਹਨੂੰ ਵਿਚਾਰਨ। ਕੌਣ ਨੇ ਫਿਰ ਉਹ? ਉਹੀ ਤਾਂ ਗੁਰਸਿੱਖ ਨੇ, ਉਹੀ ਤਾਂ ਗੁਰੂ ਕੇ ਪਿਆਰੇ ਨੇ, ਜਿਹੜੇ ਆਪਦੇ ਘਰ ਪਹੁੰਚਦੇ ਨੇ। ਉਹੀ ਦੂਜਿਆਂ ਨੂੰ ਸਮਝਾਉਂਦੇ ਨੇ, ਆਪ ਜਪੇ ਅਵਰੇ ਨਾਮ ਜਪਾਵੇ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਅਸੀਂ ਵੀ ਗੁਰੂ ਦੇ ਚਰਨਾਂ 'ਚ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।